ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਜੋ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਲਿੰਕਿੰਗ ਐਂਡ ਲੋਡਿੰਗ। ਲਿੰਕਿੰਗ ਤੇ ਲੋਡਿੰਗ ਬਹੁਤ ਹੀ ਛੋਟੇ ਪਾਰਟ ਨੇ ਆਪਣੇ ਸਿਸਟਮ ਦੇ, ਬਟ ਬਹੁਤ ਇੰਪੋਰਟੈਂਟ ਪਾਰਟ ਨੇ। ਸਭ ਤੋਂ ਪਹਿਲਾਂ ਆਪਾਂ ਲਿੰਕਿੰਗ ਤੇ ਲੋਡਿੰਗ ਦੀ ਡੈਫੀਨੇਸ਼ਨ ਸਮਝਦੇ ਹਾਂ। ਲਿੰਕਿੰਗ ਐਂਡ ਲੋਡਿੰਗ ਹੁੰਦੇ ਕੀ ਹੈ? ਇਹ ਇੱਕ ਤਰ੍ਹਾਂ ਦੇ ਯੂਟਿਲਿਟੀ ਪ੍ਰੋਗਰਾਮ ਹੁੰਦੇ ਹੈ ਜਿਹੜੇ ਕਿ ਕਿਸੇ ਵੀ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਯਾਨੀ ਕਿ ਕਿਸੇ ਵੀ ਪ੍ਰੋਗਰਾਮ ਨੂੰ ਰਨ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੇ ਹੈ। ਹੁਣ ਯੂਟਿਲਿਟੀ ਪ੍ਰੋਗਰਾਮ ਕੀ ਹੁੰਦਾ ਹੈ? ਯੂਟਿਲਿਟੀ ਜਿਵੇਂ ਨਾਮ ਸਮਝ ਆ ਰਿਹਾ, ਯੂਟਿਲਿਟੀ ਲਈ ਹੈ ਜਾਂ ਕਿਸੇ ਯੂਜ਼ ਲਈ ਹੁੰਦੇ ਹੈ, ਕਿਸੇ ਪਰਪਸ ਲਈ ਹੁੰਦੇ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਫੋਨ ਖਰੀਦਦੇ ਹਾਂ ਜਾਂ ਕੋਈ ਵੀ ਨਵਾਂ ਸਿਸਟਮ ਖਰੀਦਦੇ ਹਾਂ, ਉਹਦੇ ਵਿੱਚ ਕੈਲੰਡਰ, ਕਲੌਕ ਯਾਨੀ ਕਿ ਟਾਈਮ ਦੇਖਣ ਦੇ ਲਈ, ਕੈਲਕੂਲੇਟਰ, ਇਹ ਐਵੇਂ ਦੇ ਸੌਫਟਵੇਅਰ ਜਾਂ ਪ੍ਰੋਗਰਾਮਸ ਨੇ ਜਿਹੜੇ ਬਾਈ ਡਿਫਾਲਟ ਹਰ ਸਿਸਟਮ ਦੇ ਵਿੱਚ, ਹਰ ਫੋਨ ਦੇ ਵਿੱਚ ਆਉਂਦੇ ਹੀ ਆਉਂਦੇ ਨੇ, ਚਾਹੇ ਉਹ ਸਮਾਰਟਫੋਨ ਹੋਵੇ ਚਾਹੇ ਉਹ ਸਮਾਰਟਫੋਨ ਨਾ ਹੋਵੇ। ਇਹਦੇ ਬਿਨਾਂ ਵੀ ਆਪਣਾ ਫੋਨ ਕੰਮ ਕਰਦਾ ਗਾ। ਮਤਲਬ ਅਗਰ ਮੇਰੇ ਕੋਲੇ ਕੈਲੰਡਰ ਨਹੀਂ ਹੋਊਗਾ ਜਾਂ ਟਾਈਮ ਨਹੀਂ ਹੋਊਗਾ ਤਾਂ ਵੀ ਮੇਰਾ ਫੋਨ ਕੰਮ ਕਰਦਾ ਹੈਗਾ। ਪਰ ਇਹਨਾਂ ਨੂੰ ਯੂਟਿਲਿਟੀ ਪ੍ਰੋਗਰਾਮ ਕਿਹਾ ਜਾਂਦਾ ਹੈ। ਮਤਲਬ ਇਹ ਯੂਜ਼ ਲਈ ਬਣੇ ਹੁੰਦੇ ਹੈ ਜਿਹੜੇ ਕਿ ਹਰ ਇਨਸਾਨ ਆਪਣੇ ਯੂਜ਼ 'ਚ ਲੈ ਕੇ ਆਉਂਦਾ ਹੀ ਆਉਂਦਾ ਹੈ, ਇੱਕ ਵਾਰੀ ਜਾਂ ਬਹੁਤ ਵਾਰੀ। ਤੇ ਇਸ ਲਈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਯੂਟਿਲਿਟੀ ਪ੍ਰੋਗਰਾਮ ਕਿਹਾ ਜਾਂਦਾ ਹੈ। ਇਹ ਜ਼ਿਆਦਾਤਰ ਬਾਈ ਡਿਫਾਲਟ ਸਿਸਟਮ ਦੇ ਨਾਲ ਜਾਂ ਫੋਨ ਦੇ ਨਾਲ ਮਿਲਦੇ ਹੀ ਮਿਲਦੇ ਹੈ। ਉਸੇ ਤਰੀਕੇ ਨਾਲ ਲਿੰਕਿੰਗ ਤੇ ਲੋਡਿੰਗ ਵੀ ਇੱਕ ਤਰ੍ਹਾਂ ਦੇ ਯੂਟਿਲਿਟੀ ਪ੍ਰੋਗਰਾਮਸ ਨੇ ਜਿਹੜੇ ਕਿਸੇ ਵੀ ਪ੍ਰੋਗਰਾਮ ਨੂੰ ਜਦੋਂ ਆਪਾਂ ਐਗਜ਼ੀਕਿਊਟ ਕਰਨਾ ਹੈ ਉਦੋਂ ਬਹੁਤ ਕੰਮ ਆਉਂਦੇ ਨੇ। ਤੇ ਇਹ ਵੀ ਆਪਾਂ ਨੂੰ ਸਿਸਟਮ ਦੇ ਨਾਲ ਹੀ ਮਿਲਦੇ ਨੇ। ਆਪਾਂ ਨੂੰ ਅਲੱਗ ਤੋਂ ਇਹਨਾਂ ਨੂੰ ਨਾ ਤਾਂ ਇੰਸਟਾਲ ਕਰਨ ਦੀ ਲੋੜ ਪੈਂਦੀ ਹੈ, ਨਾ ਡਾਊਨਲੋਡ ਕਰਨ ਦੀ ਲੋੜ ਪੈਂਦੀ ਹੈ। ਹੁਣ ਆਪਾਂ ਸਮਝਦੇ ਹਾਂ ਲਿੰਕਿੰਗ ਤੇ ਲੋਡਿੰਗ ਹੁੰਦੇ ਕੀ ਹੈ। ਲਿੰਕਿੰਗ ਜਿਵੇਂ ਨਾਮ ਤੋਂ ਹੀ ਪਤਾ ਲੱਗ ਰਿਹਾ, ਲਿੰਕ ਕਰਦਾ, ਜੋੜਦਾ। ਇਹ ਹੁਣ ਕਿੰਨਾ ਨੂੰ ਜੋੜਦਾ ਹੈ? ਜਿਵੇਂ ਕਿ ਇੱਕ ਪ੍ਰੋਗਰਾਮ ਹੈ, ਪ੍ਰੋਗਰਾਮ ਬਾਹਰੋਂ ਵੀ ਕਿਸੇ ਵੀ ਮੋਡਿਊਲ ਤੋਂ ਹੈਲਪ, ਮੋਡਿਊਲ ਦਾ ਮਤਲਬ ਹੁੰਦਾ ਹੈ ਕੋਈ ਵੀ ਪਾਰਟ, ਕੋਈ ਵੀ ਪ੍ਰੋਗਰਾਮ ਦੇ ਪਾਰਟ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮੋਡਿਊਲ ਕਹਿ ਦਿੰਦੇ ਹਾਂ। ਜਿਵੇਂ ਕਿ ਲਿੰਕਿੰਗ 'ਚ ਕੀ ਹੁੰਦਾ ਕਿ ਆਪਾਂ ਇੱਕ ਪ੍ਰੋਗਰਾਮ ਦੇ ਮੰਨ ਲਓ ਆਪਾਂ 2 ਜਾਂ 3 ਮੋਡਿਊਲ ਬਣਾਏ ਤੇ ਚਾਰੋਂ ਮੋਡਿਊਲਸ ਨੂੰ ਆਪਸ ਦੇ ਵਿੱਚ ਲਿੰਕ ਕਰਨਾ। ਜੇ ਕੋਈ ਬਾਹਰੋਂ ਮੋਡਿਊਲ ਦੀ ਵੀ ਆਪਾਂ ਹੈਲਪ ਲਿੱਤੀ ਹੈ ਤੇ ਉਹਨੂੰ ਵੀ ਜੋੜਨਾ, ਤਾਂ ਕਿ ਕਿਉਂਕਿ ਪ੍ਰੋਗਰਾਮ ਕਦੋਂ ਚੱਲੂਗਾ? ਕਿਉਂਕਿ ਉਹਨੇ ਸਾਰੇ ਮੋਡਿਊਲ ਜਦੋਂ ਜੋੜੇ ਜਾਣਗੇ, ਸਾਰੇ ਮੋਡਿਊਲ ਇੱਕ ਦੂਜੇ ਨਾਲ ਜੋੜੇ ਜਾਣਗੇ ਤਾਂ ਹੀ ਉਹ ਕੰਮ ਕਰੂਗਾ। ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੇ ਦਾਂ, ਜਿਵੇਂ ਕਿ ਇੱਕ ਕੈਲਕੂਲੇਟਰ ਹੈ, ਉਹਦੇ ਵਿੱਚ ਮੈਂ 4 ਮੋਡਿਊਲ ਬਣਾਏ। ਇੱਕ ਬਣਾਇਆ ਪਲੱਸ ਦਾ, ਇੱਕ ਬਣਾਇਆ ਮਾਈਨਸ ਦਾ, ਇੱਕ ਬਣਾਇਆ ਮਲਟੀਪਲਾਈ ਦਾ, ਇੱਕ ਬਣਾਇਆ ਡਿਵਾਈਡ ਦਾ। ਹੁਣ ਇਹ 4 ਮੋਡਿਊਲ ਹੈ। ਹੁਣ ਜ਼ਰੂਰੀ ਤਾਂ ਨਹੀਂ ਜਿਹੜਾ ਬੰਦਾ ਕੈਲਕੂਲੇਟਰ ਯੂਜ਼ ਕਰ ਰਿਹਾ ਉਹ ਪਲੱਸ ਕਰੂਗਾ ਤਾਂ ਸਿਰਫ ਪਲੱਸ ਹੀ ਕਰੂਗਾ, ਮਾਈਨਸ ਕਰੂਗਾ ਤਾਂ ਸਿਰਫ ਮਾਈਨਸ ਹੀ ਕਰੂਗਾ। ਉਹ ਇਹ ਵੀ ਤਾਂ ਹੋ ਸਕਦਾ ਉਹ ਪਲੱਸ ਵੀ ਕਰੇ ਤੇ ਮਲਟੀਪਲਾਈ ਵੀ ਕਰੇ। ਜਿਵੇਂ ਕਿ 4 + 6 × 7, ਇਹ 'ਚ ਪਲੱਸ ਵੀ ਕੀਤਾ ਗਿਆ ਹੈ ਤੇ ਮਲਟੀਪਲਾਈ ਵੀ। ਆਪਾਂ ਨੂੰ ਕੈਲਕੂਲੇਟਰ ਆਨਸਰ ਦਿੰਦਾ ਹੈ, ਉਹ ਪਹਿਲਾਂ ਮਲਟੀਪਲਾਈ ਕਰ ਦੂਗਾ, ਫਿਰ ਪਲੱਸ ਕਰਕੇ ਆਪਾਂ ਨੂੰ ਆਨਸਰ ਦੇ ਦੂਗਾ। ਇਹ 'ਚ ਮਤਲਬ 2 ਮੋਡਿਊਲ ਇੱਕ ਸਾਥ ਯੂਜ਼ ਕੀਤੇ ਗਏ ਨੇ, ਮਲਟੀਪਲਾਈ ਵੀ ਤੇ ਪਲੱਸ ਵੀ। ਪਰ ਜੇ ਇਹ ਮੋਡਿਊਲ ਆਪਸ ਦੇ ਵਿੱਚ ਲਿੰਕ ਹੀ ਨਹੀਂ ਹੋਣਗੇ, ਇਸ ਚੀਜ਼ ਦਾ ਆਊਟਪੁੱਟ ਮੈਨੂੰ ਆਊਗਾ ਹੀ ਨਹੀਂ। ਇਹਦਾ ਮਤਲਬ ਨਾ ਮੈਂ ਕਦੇ ਪਲੱਸ ਨੂੰ ਕਿਸੇ ਹੋਰ ਮਲਟੀਪਲਾਈ, ਡਿਵਾਈਡ ਜਾਂ ਮਾਈਨਸ ਨਾਲ ਯੂਜ਼ ਕਰ ਪਾਉਂਗੀ, ਨਾ ਹੀ ਐਵੇਂ ਕਿਸੇ ਹੋਰ ਨੂੰ। ਇਹਦਾ ਮਤਲਬ ਜਿੰਨੇ ਵੀ ਇੱਕ ਫੰਕਸ਼ਨ ਦੇ ਜਾਂ ਪ੍ਰੋਗਰਾਮ ਦੇ ਮੋਡਿਊਲਸ ਹੁੰਦੇ ਹੈ ਉਹਨਾਂ ਨੂੰ ਆਪਸ ਦੇ ਵਿੱਚ ਜੋੜਨਾ, ਆਪਸ ਦੇ ਵਿੱਚ ਲਿੰਕ ਕਰਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਪ੍ਰੋਗਰਾਮ ਦੀ ਸਹੀ ਐਗਜ਼ੀਕਿਊਸ਼ਨ ਲਈ। ਹੁਣ ਪ੍ਰੋਗਰਾਮ ਜਦੋਂ ਆਪਾਂ ਬਣਾਉਂਦੇ ਹਾਂ ਆਪਾਂ ਉਹਨਾਂ ਨੂੰ ਸਟੋਰ ਕਰਕੇ ਰੱਖ ਦਿੰਦੇ ਹਾਂ। ਸਟੋਰ ਕਿੱਥੇ ਕਰਦੇ ਹਾਂ? ਸਿਸਟਮ ਦੇ ਵਿੱਚ ਆਪਾਂ ਹਾਰਡ ਡਿਸਕ ਦੇ ਵਿੱਚ ਸਟੋਰ ਕਰਦੇ ਹਾਂ। ਫੋਨ ਦੇ ਵਿੱਚ ਆਪਣੇ ਕੋਲ ਇੰਟਰਨਲ ਮੈਮਰੀ ਹੁੰਦੀ ਹੈ ਜਾਂ ਮੈਮਰੀ ਕਾਰਡ ਹੁੰਦਾ, ਉੱਥੇ ਸਟੋਰ ਕਰ ਦਿੰਦੇ ਹਾਂ। ਜਦੋਂ ਆਪਾਂ ਨੂੰ ਪ੍ਰੋਗਰਾਮ ਨੂੰ ਰਨ ਕਰਨਾ ਹੈ, ਕੈਲਕੂਲੇਟਰ ਆਪਾਂ 24 ਘੰਟੇ ਤਾਂ ਚਲਾਉਂਦੇ ਨਹੀਂ। ਜਦੋਂ ਆਪਾਂ ਨੂੰ ਕੈਲਕੂਲੇਟਰ ਰਨ ਕਰਨਾ ਹੈ, ਆਪਾਂ ਨੂੰ ਕੈਲਕੂਲੇਟਰ ਨੂੰ ਓਪਨ ਕਰਦੇ ਹਾਂ। ਓਪਨ ਕਰਕੇ ਆਪਾਂ ਉਹ 'ਚ ਵੈਲਿਊ ਫੀਡ ਕਰਦੇ ਹਾਂ, = ਦਬਾਉਂਦੇ ਹਾਂ ਤੇ ਆਪਾਂ ਨੂੰ ਆਊਟਪੁੱਟ। ਮਤਲਬ ਜਦੋਂ ਆਪਾਂ ਨੂੰ ਕੈਲਕੂਲੇਟਰ ਦੀ ਲੋੜ ਹੈ ਆਪਾਂ ਉਹਨੂੰ ਉਦੋਂ ਯੂਜ਼ ਕਰਦੇ ਹਾਂ। ਜਦੋਂ ਲੋੜ ਪੈਣ ਤੇ ਆਪਾਂ ਉਹਨੂੰ ਕੀ ਕਰਦੇ ਹਾਂ? ਆਪਣੀ ਸੈਕੰਡਰੀ ਮੈਮਰੀ 'ਚ ਜਾਂ ਇੰਟਰਨਲ ਮੈਮਰੀ 'ਚੋਂ ਜਾਂ ਹਾਰਡ ਡਰਾਈਵ 'ਚੋਂ ਮੇਨ ਮੈਮਰੀ ਦੇ ਵਿੱਚ ਲੈ ਕੇ ਆਉਂਦੇ ਹਾਂ। ਕੋਈ ਵੀ ਚੀਜ਼ ਉਦੋਂ ਹੀ ਐਗਜ਼ੀਕਿਊਟ ਹੋਊਗੀ, ਰਨ ਹੋਊਗੀ, ਚੱਲੂਗੀ
ਜਦੋਂ ਤੁਸੀਂ ਉਹਨੂੰ ਕਿੱਥੇ ਲੈ ਕੇ ਆਓਗੇ, ਮੇਨ ਮੈਮਰੀ ਦੇ ਵਿੱਚ। ਮੇਨ ਮੈਮਰੀ ਦਾ ਮਤਲਬ ਇੱਥੇ ਕੀ ਹੈ, ਰੈਮ ਨੂੰ ਹੀ ਮੇਨ ਮੈਮਰੀ ਤੁਹਾਡਾ ਕਿਹਾ ਜਾਂਦਾ ਹੈ। ਫੋਨ ਦੇ ਵਿੱਚ ਵੀ ਰੈਮ ਹੁੰਦੀ ਹੈ, ਸਿਸਟਮ ਦੇ ਵਿੱਚ ਵੀ ਰੈਮ ਹੁੰਦੀ ਹੈ। ਰੈਮ ਹੀ ਇੱਕ ਚੀਜ਼ ਹੁੰਦੀ ਹੈ, ਇੱਕ ਮੈਮਰੀ ਹੁੰਦੀ ਹੈ। ਰੈਮ ਦੇ ਵਿੱਚ ਕੌਣ ਹੁੰਦਾ ਹੈ, CPU। ਐਗਜ਼ੀਕਿਊਟ ਕੌਣ ਕਰਦਾ ਹੈ, CPU। ਜਿੰਨੇ ਵੀ ਤੁਹਾਡੇ ਪ੍ਰੋਗਰਾਮਸ ਨੇ, ਐਪਸ ਕਹਿ ਲਓ, ਸੌਫਟਵੇਅਰ ਕਹਿ ਲਓ, ਪ੍ਰੋਗਰਾਮ ਕਹਿ ਲਓ, ਜਿਨ੍ਹਾਂ ਨੂੰ ਵੀ ਤੁਸੀਂ ਚਲਾਉਣਾ ਹੈ, ਉਹ ਜਿੰਨਾ ਚਿਰ ਮੇਨ ਮੈਮਰੀ 'ਚ ਨਹੀਂ ਆਉਣਗੇ ਉਨਾ ਚਿਰ ਉਹ ਐਗਜ਼ੀਕਿਊਟ ਨਹੀਂ ਹੋਣਗੇ, ਕਿਉਂਕਿ ਐਗਜ਼ੀਕਿਊਟ ਕਿਹਨੇ ਕਰਨਾ ਹੈ, CPU ਨੇ, ਤੇ CPU ਕਿੱਥੇ ਹੁੰਦਾ ਹੈ, ਮੇਨ ਮੈਮਰੀ 'ਚ। ਇਸ ਲਈ ਜਿੰਨੇ ਵੀ ਪ੍ਰੋਗਰਾਮ ਹੈ ਉਹਨਾਂ ਨੂੰ ਕਿੱਥੇ ਆਉਣਾ ਬਹੁਤ ਜ਼ਰੂਰੀ ਹੈ, ਮੇਨ ਮੈਮਰੀ ਦੇ ਵਿੱਚ, ਯਾਨੀ ਕਿ ਰੈਮ ਦੇ ਵਿੱਚ। ਹੁਣ ਉਹਨਾਂ ਨੂੰ ਮੇਨ ਮੈਮਰੀ 'ਚ ਲਿਆਉਣ ਦਾ ਕੰਮ ਕੌਣ ਕਰਦਾ ਹੈ, ਲੋਡਿੰਗ ਦੇ ਵਿੱਚ ਆਪਾਂ ਕੀ ਕਰਦੇ ਹਾਂ, ਲੋਡਰ ਕੀ ਕਰਦਾ ਗਾ, ਜਿਹੜੇ ਵੀ ਪ੍ਰੋਗਰਾਮ ਹੁੰਦੇ ਹੈ ਉਹ ਜਿੱਥੇ ਮਰਜ਼ੀ ਪਏ ਹੈ, ਕਿਤੇ ਮਰਜ਼ੀ ਪਏ ਹੈ, ਉਹਨਾਂ ਨੂੰ ਚੱਕ ਕੇ ਕਿੱਥੋਂ ਲੋਡ ਕਰ ਦਿੰਦਾ ਹੈ, ਮੇਨ ਮੈਮਰੀ 'ਚ ਲੋਡ ਕਰ ਦਿੰਦਾ ਗਾ। ਹੁਣ ਇਹੀ ਚੀਜ਼ ਆਪਾਂ ਡਾਇਗਰਾਮ ਦੇ ਥਰੂ ਸਮਝਦੇ ਹਾਂ। ਲਿੰਕਰ ਕੀ ਕਰ ਰਿਹਾ ਇੱਥੇ, ਜਿਹੜਾ ਆਬਜੈਕਟ ਦਾ ਮੋਡਿਊਲ ਹੈ ਜਾਂ ਕੋਈ ਹੋਰ ਆਬਜੈਕਟ ਦੇ ਮੋਡਿਊਲ ਹੈ, ਦੋਨਾਂ ਨੂੰ ਆਪਸ ਦੇ ਵਿੱਚ ਲਿੰਕ ਕਰ ਦਿੰਦਾ ਹੈ। ਹੁਣ ਆਬਜੈਕਟ ਮੋਡਿਊਲ ਕੀ ਹੁੰਦੇ ਆ, ਆਬਜੈਕਟ ਮੋਡਿਊਲ ਦਾ ਮਤਲਬ ਹੁੰਦਾ ਹੈ, ਮੋਡਿਊਲ ਤਾਂ ਤੁਹਾਨੂੰ ਸਮਝ ਆ ਗਿਆ, ਕਿਸੇ ਵੀ ਪ੍ਰੋਗਰਾਮ ਦਾ ਟੁਕੜਾ, ਪਾਰਟ, ਉਹਨੂੰ ਆਪਾਂ ਮੋਡਿਊਲ ਕਹਿ ਦਿੰਦੇ ਹਾਂ। ਆਬਜੈਕਟ ਮੋਡਿਊਲ ਕੀ ਹੁੰਦਾ ਗਾ, ਆਪਾਂ ਪ੍ਰੋਗਰਾਮ ਕਿਹਦੇ ਵਿੱਚ ਲਿਖਦੇ ਹਾਂ, C ਦੇ ਵਿੱਚ ਲਿਖਦੇ ਹਾਂ, C++ ਦੇ ਵਿੱਚ ਲਿਖਦੇ ਹਾਂ, ਜਾਵਾ, PHP, ਇਹ ਲੈਂਗੁਏਜਸ ਨੇ ਜਿਨ੍ਹਾਂ ਨੂੰ ਆਪਾਂ ਹਾਈ ਲੈਵਲ ਲੈਂਗੁਏਜ ਕਹਿੰਦੇ ਹਾਂ। ਹੁਣ ਇਹ ਹਾਈ ਲੈਵਲ ਲੈਂਗੁਏਜਸ ਨੂੰ ਆਪਾਂ ਆਬਜੈਕਟ ਮੋਡਿਊਲ ਦੇ ਵਿੱਚ, ਇੱਕ ਕਾਮਨ ਮੋਡਿਊਲ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ, ਇੱਕ ਕਾਮਨ ਲੈਂਗੁਏਜ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ, ਜਿਹਨੂੰ ਆਪਾਂ ਕਹਿੰਦੇ ਹਾਂ ਆਬਜੈਕਟ ਲੈਂਗੁਏਜ ਜਾਂ ਆਬਜੈਕਟ ਮੋਡਿਊਲ। ਹੁਣ ਇਹਨਾਂ ਆਬਜੈਕਟ ਮੋਡਿਊਲਸ ਨੂੰ ਆਪਸ ਦੇ ਵਿੱਚ ਜੋੜ ਕੇ ਇੱਕ ਸਿੰਗਲ ਮੋਡਿਊਲ ਤਿਆਰ ਕੀਤਾ ਜਾਂਦਾ ਹੈ, ਜਿਹਨੂੰ ਲੋਡਰ ਕੀ ਕਰਦਾ ਹੈ, ਲੋਡ ਕਰ ਦਿੰਦਾ ਹੈ, ਕਿੱਥੇ, ਮੇਨ ਮੈਮਰੀ, ਕਿਉਂਕਿ ਉਹ ਰਨ ਤਾਂ ਹੀ ਹੋਊਗਾ, ਐਗਜ਼ੀਕਿਊਟ ਤਾਂ ਹੀ ਹੋਊਗਾ ਜੇ ਉਹ ਮੇਨ ਮੈਮਰੀ ਵਿੱਚ ਜਾਊਗਾ। ਐਗਜ਼ਾਮਪਲ ਲੈ ਕੇ ਸਮਝ ਲੈਂਦੇ ਹਾਂ। ਇੱਕ ਛੋਟਾ ਜਿਹਾ ਜਿਹੜਾ ਸਭ ਤੋਂ ਪਹਿਲਾ ਪ੍ਰੋਗਰਾਮ ਆਪਾਂ ਕਰਦੇ ਹਾਂ C ਲੈਂਗੁਏਜ ਦੇ ਵਿੱਚ, ਜਿਹਦੇ ਵਿੱਚ stdio.h ਆਪਾਂ ਹੈਡਰ ਫਾਈਲ ਯੂਜ਼ ਕਰਦੇ ਹਾਂ, printf ਨਾਮ ਦਾ ਫੰਕਸ਼ਨ ਯੂਜ਼ ਕਰਦੇ ਹਾਂ। ਫਾਈਲ ਦਾ ਨਾਮ ਆਪਾਂ ਰੱਖਿਆ hello world.c। .c ਦਾ ਮਤਲਬ ਹੈ ਕਿਹੜਾ ਪ੍ਰੋਗਰਾਮ ਹੈ, C ਦਾ ਪ੍ਰੋਗਰਾਮ ਹੈ। printf ਇੱਕ ਤਰ੍ਹਾਂ ਦਾ ਫੰਕਸ਼ਨ ਹੈ ਜਿਹੜਾ ਇਨਬਿਲਡ ਹੈ, ਪਹਿਲਾਂ ਤੋਂ ਬਣਿਆ ਬਣਾਇਆ ਹੈ, ਆਪਾਂ ਇਹਨੂੰ ਨਹੀਂ ਬਣਾਇਆ, ਇਹ ਬਣਿਆ ਬਣਾਇਆ ਹੈ। stdio.h ਹੈਡਰ ਫਾਈਲ ਹੈ, ਉਹ ਪਹਿਲਾਂ ਤੋਂ ਬਣੀ ਹੋਈ ਹੈ। ਸਿਰਫ ਆਪਾਂ ਕੀ ਕਰਾਂਗੇ, ਇਸ ਫਾਈਲ ਦੇ ਨਾਲ ਇਹਨਾਂ ਦੋਨਾਂ ਫੰਕਸ਼ਨ ਨੂੰ ਤੇ ਹੈਡਰ ਫਾਈਲ ਨੂੰ ਜੋੜ ਦਿੰਦੇ ਆ, ਕਿਉਂਕਿ ਨਾ ਆਪਾਂ ਇਹਨੂੰ ਨਹੀਂ ਬਣਾਇਆ, ਪ੍ਰੋਗਰਾਮ ਦੇ ਅੰਦਰ ਇਹ ਨਹੀਂ ਬਣੇ ਹੋਏ, ਇਹ ਪਹਿਲਾਂ ਤੋਂ ਬਣੇ ਬਣਾਏ ਰੱਖੇ ਪਏ, ਆਪਾਂ ਇਹਨਾਂ ਨੂੰ ਯੂਜ਼ ਕੀਤਾ। ਜਿਹੜੀ ਵੀ ਚੀਜ਼ ਪਹਿਲਾਂ ਤੋਂ ਬਣੀ ਹੋਈ ਹੈ ਉਹਨੂੰ ਆਪਾਂ ਯੂਜ਼ ਕਰ ਰਹੇ ਹਾਂ, ਉਹਨੂੰ ਆਪਸ ਦੇ ਵਿੱਚ ਕੀ ਕਰਨਾ ਹੁੰਦਾ ਹੈ, ਲਿੰਕ ਕਰਨਾ ਹੁੰਦਾ ਹੈ। ਤੇ ਜਦੋਂ ਆਪਾਂ ਇਹਨਾਂ ਨੂੰ ਲਿੰਕ ਕਰਦੇ ਹਾਂ, ਇਹਨਾਂ ਦੇ ਆਬਜੈਕਟ ਮੋਡਿਊਲ ਆਪਸ ਦੇ ਵਿੱਚ ਆਪਾਂ ਕੀ ਕਰ ਦਿੰਦੇ ਹਾਂ, ਜੋੜ ਦਿੰਦੇ ਹਾਂ। ਜਦੋਂ ਇਹਨਾਂ ਨੂੰ ਜੋੜ ਦਿੰਦੇ ਹਾਂ, ਉਦੋਂ ਆਪਾਂ ਇੱਕ ਸਿੰਗਲ ਫਾਈਲ ਤਿਆਰ ਕਰ ਦਿੰਦੇ ਹਾਂ, ਜਿਹੜੀ ਕਿ exe ਫਾਈਲ ਹੁੰਦੀ ਹੈ, ਜਿਹਨੂੰ ਕਿ ਲੋਡਰ ਲੋਡ ਕਰ ਦਿੰਦਾ ਰਨ ਕਰਨ ਵਾਸਤੇ। ਲਿੰਕਿੰਗ 'ਚ ਸਿੰਪਲ ਜਿਹਾ ਇਹੀ ਸਮਝਣਾ ਆਪਾਂ ਨੂੰ। ਲਿੰਕਿੰਗ ਦੇ ਵਿੱਚ ਜਿਹੜੀ ਵੀ ਚੀਜ਼ ਆਪਾਂ ਨਹੀਂ ਬਣਾਈ, ਆਪਾਂ ਯੂਜ਼ ਕਰ ਰਹੇ ਹਾਂ ਜਾਂ ਬਾਹਰੋਂ ਲਿੱਤੀ ਹੈ, ਆਪਾਂ ਖੁਦ ਨਹੀਂ ਬਣਾਈ, ਬਾਹਰੋਂ ਲਿੱਤੀ ਹੈ ਜਾਂ ਯੂਜ਼ ਕਰ ਰਹੇ ਹਾਂ, ਉਹਨਾਂ ਨੂੰ ਕਿਹਦੇ ਨਾਲ ਜੋੜਨਾ ਹੁੰਦਾ, ਫਾਈਲ ਦੇ ਨਾਲ ਜੋੜਨਾ ਹੁੰਦਾ, ਤਾਂ ਕਿ ਸਾਰੀ ਫਾਈਲ ਇੱਕ ਸਿੰਗਲ ਫਾਈਲ ਬਣ ਸਕੇ। ਹੁਣ ਲਿੰਕਿੰਗ ਤੇ ਲੋਡਿੰਗ ਦਾ ਬੇਸਿਕ ਡਿਫਰੈਂਸ ਦੱਸਿਆ ਗਿਆ ਹੈ। ਲਿੰਕਿੰਗ ਕੀ ਕਰਦੀ ਹੈ, ਐਗਜ਼ੀਕਿਊਟੇਬਲ ਫਾਈਲ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ, ਸਾਰਾ ਕੁਝ ਲਿੰਕ ਕਰਕੇ ਇੱਕ ਸਿੰਗਲ ਫਾਈਲ ਤਿਆਰ ਕਰਦੀ ਹੈ, ਜਿਹੜੀ ਫਾਈਲ ਕਿਹੜੀ ਹੁੰਦੀ ਹੈ, ਐਗਜ਼ੀਕਿਊਟੇਬਲ, ਜਿਹੜੀ ਫਾਈਲ ਨੂੰ ਤੁਸੀਂ ਰਨ ਕਰ ਸਕਦੇ ਹੋ। ਹੁਣ ਉਸ ਐਗਜ਼ੀਕਿਊਟੇਬਲ ਫਾਈਲ ਨੂੰ ਮੇਨ ਮੈਮਰੀ ਦੇ ਵਿੱਚ ਲੈ ਕੇ ਜਾਣਾ, ਇਹ ਕਿਹਦਾ ਕੰਮ ਹੁੰਦਾ ਹੈ, ਲੋਡਰ ਦਾ ਕੰਮ ਹੁੰਦਾ ਹੈਗਾ। ਲਿੰਕਿੰਗ ਕੀ ਕਰਦਾ ਹੈ, ਮੈਂ ਤੁਹਾਨੂੰ ਦੱਸਿਆ, ਪਿੱਛੇ ਵੀ ਆਪਾਂ ਡਾਇਗਰਾਮ 'ਚ ਦੇਖਿਆ, ਜਿੰਨੇ ਵੀ ਆਬਜੈਕਟ ਮੋਡਿਊਲ ਹੁੰਦੇ ਆ ਪ੍ਰੋਗਰਾਮ ਦੇ, ਉਹਨਾਂ ਨੂੰ ਆਪਸ ਦੇ ਵਿੱਚ ਲਿੰਕ ਕਰ ਦਿੰਦਾ ਹੈਗਾ। ਹੁਣ ਅਸੈਂਬਲਰ ਕੀ ਹੈ, ਜਿਵੇਂ ਕਿ ਕੰਪਾਈਲਰ ਹੈ ਉਵੇਂ ਹੀ ਅਸੈਂਬਲਰ ਹੈ। ਕੰਪਾਈਲਰ ਤੇ ਅਸੈਂਬਲਰ ਸੇਮ ਤਰੀਕੇ ਦਾ ਕੰਮ ਕਰਦੇ ਹੈ। ਕੰਪਾਈਲਰ ਬਸ ਇਹ ਹੈ, ਹਾਈ ਲੈਵਲ ਪ੍ਰੋਗਰਾਮ ਨੂੰ ਲੋ ਲੈਵਲ ਪ੍ਰੋਗਰਾਮ ਦੇ ਵਿੱਚ ਕਨਵਰਟ ਕਰਦਾ ਹੈ। ਅਸੈਂਬਲਰ ਅਸੈਂਬਲੀ ਲੈਂਗੁਏਜ ਦੇ ਪ੍ਰੋਗਰਾਮ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦਾ ਹੈ।
मतलब दोनों ने अल्टीमेटली कन्वर्ट किहदे विच करना है, लो लैवल लैंग्वेज दे विच। लो लैवल लैंग्वेज का मतलब बाइनरी लैंग्वेज यानी कि मशीन लैंग्वेज, वो लैंग्वेज जिहड़ी कि तुहाडा कंप्यूटर समझदा है। ते ਉਹ ਕਿਹੜੀ लैंग्वेज हुंदी है, वो ਜਦੋਂ भी कोई भी फाइल एग्जीक्यूटेबल बन जाती है, ਇਹਦਾ मतलब वो फाइल बाइनरी फाइल बन गई है। हुण ये फाइल नूं असैंबलर दी बस ये है कि असैंबली लैंग्वेज नूं कन्वर्ट करदा है, कंपाइलर हाई लैवल लैंग्वेज नूं कन्वर्ट करदा है। दोनों ने कन्वर्ट करना किस लैंग्वेज दे विच हुंदा है, बाइनरी लैंग्वेज दे विच। हुण चाहे तुसीं इत्थे असैंबलर कह लो, चाहे तुसीं इत्थे कंपाइलर कह लो, उन्होंने ऑब्जेक्ट मॉड्यूल्स नूं आपस दे विच जोड़ के एग्जीक्यूटेबल फाइल तैयार करनी है। हुण लोडर ने वो एग्जीक्यूटेबल फाइल लैनी है ते लोड कर देनी है मेन मैमरी दे विच ताकि वो रन हो सके। लिंकर ने इत्थे यही लिखिया होया जिन्ने भी ऑब्जेक्ट मॉड्यूल हुंदे आ एक प्रोग्राम दे, चाहे वो अंदरले फंक्शन होण चाहे वो बाहरले फंक्शन होण, किसी भी हाई लैवल लैंग्वेज दे उन्हां नूं आपस दे विच जोड़ के एक एग्जीक्यूटेबल फाइल तैयार करनी हुंदी है। लोडर ने वही एग्जीक्यूटेबल फाइल कित्थे पा देनी है, मेन मैमरी दे विच। ठीक है, ईजीली तुसी समझ सकते हो। लिंकिंग ने की करना है, लिंकिंग स्टैप दे विच आपां सारे दे सारे मॉड्यूल्स नूं आपस दे विच लिंक करके अल्टीमेटली एक एग्जीक्यूटेबल फाइल तैयार करनी है, यानी कि रन करन वाली फाइल तैयार करनी है, यानी कि बाइनरी फाइल तैयार करनी है। उस बाइनरी फाइल नूं मेन मैमरी दे विच लैके जाना कि वो रन हो सके, ये किहदा काम है, लोडिंग वाले स्टैप का काम है। लिंकिंग ते लोडिंग दोनों ही स्टैटिक हुंदियां ते डायनमिक हुंदियां। मतलब लिंकिंग भी स्टैटिक लिंकिंग डायनमिक लिंकिंग हुंदी है, लोडिंग भी स्टैटिक लोडिंग ते डायनमिक लोडिंग हुंदी है। पहला आपां डिफरेंस समझ लांगे स्टैटिक लोडिंग ते डायनमिक लोडिंग दा। दोनों दे विच थोड़ा जा फर्क हुंदा है। स्टैटिक लोडिंग या डायनमिक लोडिंग, स्टैटिक वर्ड ते डायनमिक वर्ड का मतलब आपां पहला समझ लैने हैं। स्टैटिक का मतलब हुंदा हैगा कोई भी चीज़ जिहड़ी कि पूरी दी पूरी तैयार करके रन करन ते उहदे विच कोई चेंज ना हो सके, उहनूं आपां स्टैटिक कहने हैं। स्टैटिक का मतलब हुंदा है कि जदों भी किसी भी मॉड्यूल नूं प्रोग्राम नूं रन किया जाता है उहदे विच चेंजिस ना हो सकन, उहनूं स्टैटिक कहंदे हैं। जे रन करते टाइम आपां चेंजिस कर सकीए उहनूं डायनमिक कहंदे हैं। इत्थे एग्जाम्पल ले लो, जे आपां नूं हुण लोडिंग करनी है आपां चेंज नहीं कर सकते, इहदा मतलब एक बारी जिन्ना प्रोग्राम आ गया सिर्फ वही एग्जीक्यूट होगा। इहदा मतलब मैनूं सारे दे सारे प्रोग्राम नूं लैके आना पऊगा मेन मैमरी दे विच एग्जीक्यूट करन वास्ते। इसीलिए इस सारे दे सारा प्रोग्राम इंटायर प्रोग्राम मेन मैमरी दे विच लैके आउने आपां एग्जीक्यूट करन लई। डायनमिक दे विच आपां लोड पैन ते जदों मर्जी प्रोग्राम नूं लिया सकते हैं, जिहड़ा मर्जी पार्ट लिया सकते हैं। इसलिए मैं सारा दा सारा प्रोग्राम नहीं लैके आउंदी, मैं सिर्फ प्रोग्राम का उही पार्ट लैके आउनी है जिहदी मैनूं लोड़ हैगी है। एग्जाम्पल के तौर पर जिवें WhatsApp दे विच आपां चैट कर सकते हैं, वीडियो कॉल कर सकते हैं, स्टेटस पा सकते हैं। हुण ये 3 पार्ट हो गए, मान लो तीनों पार्ट नूं मैनूं स्टैटिक दे विच सारिआं नूं लैके आउणा पऊगा। डायनमिक दे विच जे मैं स्टेटस पा रही हूं मैं सिर्फ स्टेटस वाला पार्ट लैके आऊँगी, बाकी पार्ट नहीं लैके आऊँगी तो मेरी मैमरी बच जूगी। जिन्नी मेन मैमरी बच जूगी उस जगह ते मैं नवें प्रोग्राम लियाऊंगी रन करन वास्ते। इहदा मतलब इस केस दे विच मैं मैमरी का चंगी तरह यूज नहीं कर रही, क्योंकि एक सारे दे सारा प्रोग्राम लैके आ रही हैं, ईवन कि मैं सारा दा सारा प्रोग्राम यूज भी नहीं कर रही हैं तां भी मैनूं सारा प्रोग्राम लैके आना पै रहा है। बाकी एक पार्ट यूज कर रही हैं, बाकी जिहड़ी स्पेस है वो वेस्ट जा रही है। इत्थे मैं एफिशिएंटली मतलब चंगी तरह वधिया तरीके नाल मैमरी का यूज कर रही हैं। इत्थे इनएफिशिएंट मतलब वधिया तरीके नाल मैमरी का यूज नहीं कर पा रही। हुण बट इहदा अपना फायदा इहदा अपना नुकसान है। इहदा फायदा यह हुंदा है कि इत्थे प्रोग्राम की एग्जीक्यूशन फास्टर हुंदी है, इत्थे प्रोग्राम की एग्जीक्यूशन स्लोअर हुंदी है। क्यों? लोडिंग जदों आपां पूरे दा पूरा प्रोग्राम लैके आ रहे हैं, मतलब हुण मैं स्टेटस पाया सीगा, स्टेटस तो बाद चों हुण मैं चैट करन लग गई,
ਹੁਣ ਸਾਰਾ ਦਾ ਸਾਰਾ ਜਦੋਂ ਪ੍ਰੋਗਰਾਮ ਮੈਮਰੀ 'ਚ ਪਿਆ ਹੈ, ਮੈਨੂੰ ਮੈਮਰੀ ਤੋਂ ਹੀ ਚੱਕਣਾ ਤਾਂ ਫਾਸਟ ਹੈ। ਹੁਣ ਇੱਥੇ ਮੈਂ ਸਿਰਫ ਸਟੇਟਸ ਵਾਲਾ ਲੈ ਕੇ ਆਈ ਸੀ, ਹੁਣ ਮੈਂ ਚੈਟ ਕਰਨਾ ਚਾਹ ਰਹੀ ਹਾਂ ਤਾਂ ਪਹਿਲਾਂ ਮੈਂ ਸਟੇਟਸ ਵਾਲੇ ਨੂੰ ਲੈ ਕੇ ਜਾਊਂਗੀ, ਉਹਦੀ ਜਗ੍ਹਾ ਚੈਟ ਵਾਲੇ ਪਾਰਟ ਨੂੰ ਲੈ ਕੇ ਆਊਂਗੀ, ਫਿਰ ਮੈਂ ਚੈਟ ਕਰੂੰਗੀ। ਮਤਲਬ ਇੱਥੇ ਮੈਨੂੰ ਲੈ ਕੇ ਜਾਣ 'ਚ ਲੈ ਕੇ ਆਉਣ 'ਚ ਟਾਈਮ ਲੱਗੂਗਾ, ਇੱਥੇ ਮੈਨੂੰ ਟਾਈਮ ਨਹੀਂ ਲੱਗੂਗਾ ਕਿ ਸਾਰਾ ਕੁਛ ਮੈਂ ਪਹਿਲਾਂ ਹੀ ਮੇਨ ਮੈਮਰੀ ਦੇ ਵਿੱਚ ਰੱਖਿਆ ਹੋਇਆ। ਇਹਦਾ ਆਪਣਾ ਬੈਨੀਫਿਟ ਹੈ। ਇਹਦਾ ਬੈਨੀਫਿਟ ਹੈਗਾ ਕਿ ਮੈਮਰੀ ਦਾ ਵਧੀਆ ਯੂਜ਼ ਕੀਤਾ ਜਾਂਦਾ ਹੈ, ਕਿਉਂਕਿ ਮੇਨ ਮੈਮਰੀ ਯਾਨੀ ਕਿ ਰੈਮ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਘੱਟ ਹੁੰਦੀ ਹੈ, ਤੇ ਜਿੰਨੇ ਜ਼ਿਆਦਾ ਪ੍ਰੋਗਰਾਮ ਆਪਾਂ ਮੈਮਰੀ ਦੇ ਵਿੱਚ ਲੈ ਕੇ ਆਵਾਂਗੇ ਉਨੀ ਹੀ ਉਹਦੀ ਵਧੀਆ ਯੂਜ਼ ਹੋ ਜੂਗੀ। ਬਟ ਉਹੀ ਹੈ, ਇਹਦੇ ਨਾਲ ਉਹਦੀ ਸਪੀਡ ਘੱਟ ਜਾਂਦੀ ਹੈ। ਜੇ ਆਪਾਂ ਪੂਰਾ ਦਾ ਪੂਰਾ ਪ੍ਰੋਗਰਾਮ ਲੈ ਕੇ ਆਵਾਂਗੇ, ਐਗਜ਼ੀਕਿਊਸ਼ਨ ਤਾਂ ਫਾਸਟ ਹੋ ਜੂਗੀ, ਪਰ ਮੈਮਰੀ ਦੀ ਯੂਟਿਲਾਈਜ਼ੇਸ਼ਨ ਯੂਜ਼ ਕਰਨ ਦਾ ਤਰੀਕਾ ਉਹਦਾ ਵਧੀਆ ਨਹੀਂ ਹੋਊਗਾ। ਠੀਕ ਹੈ। ਸਟੈਟਿਕ ਲੋਡਿੰਗ ਕਿਹਦੇ ਨਾਲ ਜੁੜੀ ਹੁੰਦੀ ਹੈ? ਸਟੈਟਿਕ ਲਿੰਕਿੰਗ ਨਾਲ। ਡਾਇਨਮਿਕ ਲੋਡਿੰਗ ਕਿਹਦੇ ਨਾਲ ਜੁੜੀ ਹੁੰਦੀ ਹੈ? ਡਾਇਨਮਿਕ ਲਿੰਕਿੰਗ ਨਾਲ। ਜੇ ਆਪਾਂ ਸਟੈਟਿਕ ਲਿੰਕਿੰਗ ਕਰਾਂਗੇ ਫਿਰ ਸਟੈਟਿਕ ਲੋਡਿੰਗ ਹੋਊਗੀ, ਜੇ ਆਪਾਂ ਡਾਇਨਮਿਕ ਲਿੰਕਿੰਗ ਕਰਾਂਗੇ ਫਿਰ ਡਾਇਨਮਿਕ ਲੋਡਿੰਗ ਹੋਊਗੀ। ਲਾਸਟ ਟੌਪਿਕ ਜਿਹੜਾ ਅੱਜ ਦਾ ਹੈ ਉਹ ਡਿਫਰੈਂਸ ਬਿਟਵੀਨ ਹੈਗਾ ਸਟੈਟਿਕ ਲਿੰਕਿੰਗ ਤੇ ਡਾਇਨਮਿਕ ਲਿੰਕਿੰਗ ਦਾ। ਜਿਵੇਂ ਕਿ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਇਹਦੇ ਵਿੱਚ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਫਾਸਟਰ ਹੁੰਦੀ ਹੈ, ਇਹਦੇ ਵਿੱਚ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਸਲੋ ਹੁੰਦੀ ਹੈ। ਇਹਦਾ ਲੋਡ ਟਾਈਮ ਹਮੇਸ਼ਾ ਕੌਨਸਟੈਂਟ ਰਹਿੰਦਾ ਹੈ, ਇਹਦਾ ਲੋਡ ਟਾਈਮ ਵੇਰੀ ਕਰਦਾ, ਡਿਫਰੈਂਟ ਹੁੰਦਾ ਹੈ। ਹੁਣ ਕਿਉਂ ਵੇਰੀ ਕਰਦਾ ਤੇ ਕਿਉਂ ਕੌਨਸਟੈਂਟ ਹੁੰਦਾ ਹੈਗਾ? ਸਟੈਟਿਕ ਲਿੰਕਿੰਗ ਦੇ ਵਿੱਚ ਮੈਨੂੰ ਪੂਰੇ ਦਾ ਪੂਰਾ ਪ੍ਰੋਗਰਾਮ ਲਿੰਕ ਕਰਨਾ ਹੀ ਕਰਨਾ ਪਊਗਾ, ਤੇ ਪ੍ਰੋਗਰਾਮ ਦਾ ਸਾਈਜ਼ ਤਾਂ ਫਿਕਸ ਹੁੰਦਾ ਹੈ, 5 GB ਹੈ ਜਿਵੇਂ, ਤੇ 5 ਦਾ 5 GB ਮੈਨੂੰ ਲੋਡ ਕਰਨਾ ਹੀ ਪੈਣਾ, ਤੇ 5 ਦਾ 5 MB ਜਾਂ GB, 5 ਦੇ 5 MB ਨੂੰ ਜੇ ਮੈਨੂੰ ਲਿੰਕ ਕਰਨਾ, ਮੈਨੂੰ ਹਰ ਵਾਰੀ ਉਨਾ ਹੀ ਟਾਈਮ 5 MB ਨੂੰ ਲਿੰਕ ਕਰਨਾ ਹਰ ਵਾਰੀ, ਤੇ ਜੇ ਇੱਕ ਵਾਰੀ 5 MB ਨੂੰ ਲਿੰਕ ਕਰਨ ਲਈ 5 ਸੈਕਿੰਡ ਲੱਗੇ, ਅਗਲੀ ਵਾਰੀ ਵੀ 5 MB ਨੂੰ ਲਿੰਕ ਕਰਨ ਲਈ ਮੈਨੂੰ ਕਿੰਨਾ ਟਾਈਮ ਲੱਗੂਗਾ? 5 ਸੈਕਿੰਡ, ਅਗਲੀ ਵਾਰੀ ਵੀ 5 ਸੈਕਿੰਡ। ਇਸ ਲਈ ਇੱਥੇ ਲੋਡ ਟਾਈਮ ਹਮੇਸ਼ਾ ਕੌਨਸਟੈਂਟ ਹੁੰਦਾ, ਫਿਕਸ ਹੁੰਦਾ, ਪਤਾ ਹੁੰਦਾ। ਡਾਇਨਮਿਕ ਲਿੰਕਿੰਗ ਦੇ ਵਿੱਚ ਆਪਾਂ ਕੀ ਕਰਦੇ ਹਾਂ? ਆਪਾਂ ਪੂਰਾ ਦਾ ਪੂਰਾ 5 GB ਨਹੀਂ ਲੈ ਕੇ ਆਉਂਦੇ, ਆਪਾਂ ਉਹਦਾ ਕੁਝ ਪਾਰਟ ਲੈ ਕੇ ਆਵਾਂਗੇ। ਮੰਨ ਲਓ ਇੱਕ ਪਾਰਟ 1 GB ਦਾ, ਦੂਸਰਾ ਪਾਰਟ 2 GB ਦਾ, ਤੀਸਰਾ ਪਾਰਟ ਵੀ 2 GB ਦਾ, ਤੇ ਇੱਕ ਪਾਰਟ 1 GB ਦਾ, ਦੂਸਰਾ ਪਾਰਟ 2 GB ਦਾ, ਤੀਸਰਾ ਪਾਰਟ 2 GB ਦਾ। ਹੁਣ ਮੰਨ ਲਓ ਜੇ ਮੈਂ 1 GB ਵਾਲਾ ਪਾਰਟ ਲੈ ਕੇ ਆਈ, ਫਿਰ ਮੈਨੂੰ ਕਿੰਨਾ ਟਾਈਮ ਲੱਗੂਗਾ? 1 ਸੈਕਿੰਡ। 2 GB ਵਾਲਾ ਲੈ ਕੇ ਆਈ, 2 ਸੈਕਿੰਡ। ਹੁਣ ਇਹ ਤਾਂ ਡਿਪੈਂਡ ਕਰਦਾ ਕਿ ਮੈਂ ਕਿਹੜਾ ਪਾਰਟ ਲੈ ਕੇ ਆ ਰਹੀ ਹਾਂ ਉਹਦੇ ਉੱਪਰ, ਉਹਦੇ ਸਾਈਜ਼ ਦੇ ਉੱਪਰ, ਇਸ ਲਈ ਇਹਦਾ ਟਾਈਮ ਵੇਰੀ ਕਰਦਾ, ਫਿਕਸ ਨਹੀਂ ਹੁੰਦਾ। ਇਹਦਾ ਟਾਈਮ ਆਪਾਂ ਨੂੰ ਫਿਕਸ ਹੈ ਕਿਉਂਕਿ ਪੂਰੇ ਦਾ ਪੂਰਾ ਲੈ ਕੇ ਆਉਣਾ ਪੈਂਦਾ ਹੈ। ਇੱਥੇ ਆਪਾਂ ਉਹਦਾ ਟੁਕੜਾ ਲੈ ਕੇ ਆ ਸਕਦੇ ਹਾਂ, ਤੇ ਹਰ ਟੁਕੜੇ ਦਾ ਸਾਈਜ਼ ਡਿਫਰੈਂਟ ਹੁੰਦਾ ਹੈ, ਤੇ ਉਹਦੇ ਉੱਪਰ ਡਿਪੈਂਡ ਕਰਦਾ ਹੈ। ਸਟੈਟਿਕ ਲਿੰਕਿੰਗ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਹੀ ਆਪਾਂ ਕਿ ਉਹ ਕੰਪਾਈਲੇਸ਼ਨ ਦਾ ਪਾਰਟ ਹੁੰਦਾ ਹੈ, ਲਾਸਟ ਸਟੈਪ ਹੁੰਦਾ, ਤੇ ਇਹਨੂੰ ਕਰਦਾ ਕੌਣ ਹੈ? ਲਿੰਕਰ। ਲਿੰਕਰ ਨੂੰ ਆਪਾਂ ਲਿੰਕ ਐਡੀਟਰਸ ਵੀ ਕਹਿ ਦਿੰਦੇ ਹਾਂ। ਡਾਇਨਮਿਕ ਲਿੰਕਿੰਗ ਵੇਰੀ ਕਰਦਾ ਹੈ, ਇਹ ਮੋਡਿਊਲਸ ਦੇ ਉੱਪਰ ਹੁੰਦਾ ਹੈ। ਠੀਕ ਹੈ, ਕਿ ਕਿਹੜਾ ਮੋਡਿਊਲ ਆਪਾਂ ਲੈ ਕੇ ਆ ਰਹੇ ਹਾਂ ਉਹਦੇ ਉੱਪਰ ਡਿਪੈਂਡ ਕਰਦਾ ਹੈ ਕਿੰਨੀ ਕੁ ਲਿੰਕਿੰਗ ਕਰਨੀ ਹੈ। ਹਾਂ, ਜਿਹੜਾ ਡਰਾਬੈਕ ਹੈ ਸਟੈਟਿਕ ਲਿੰਕਿੰਗ ਦਾ ਮੇਜਰ, ਉਹ ਇਹ ਹੈ ਕਿ ਮੰਨ ਲਓ ਇੱਕ ਪ੍ਰੋਗਰਾਮ ਹੈ, ਪ੍ਰੋਗਰਾਮ ਦੇ ਨਾਲ 3 ਬਾਹਰੋਂ ਮੋਡਿਊਲ ਜੁੜੇ ਹੋਏ ਹੈ, ਤੇ ਜੇ ਕਿਸੇ ਵੀ ਬਾਹਰ ਵਾਲੇ ਮੋਡਿਊਲ ਦੇ ਵਿੱਚ ਇੱਕ ਛੋਟਾ ਜਿਹਾ ਵੀ ਚੇਂਜ ਹੋਇਆ, ਤੇ ਮੈਨੂੰ ਸਾਰੇ ਦੇ ਸਾਰੇ ਪ੍ਰੋਗਰਾਮ ਨੂੰ ਪੂਰਾ ਕੰਪਾਈਲ ਕਰਨਾ ਪਊਗਾ, ਕਿਉਂਕਿ ਸਾਰੇ ਜੁੜੇ ਹੁੰਦੇ ਹੈ। ਤੇ ਇਸ ਲਈ ਮੈਨੂੰ ਤਿੰਨੋਂ ਜਿਹੜੇ ਉਹ ਹੈਗੇ ਹੈ ਬਾਹਰੋਂ ਵਾਲੇ, ਤੇ ਇੱਕ ਮੇਰੀ ਫਾਈਲ ਹੈ, ਚਾਰਾਂ ਨੂੰ ਦੁਬਾਰਾ ਜੋੜ ਕੇ ਦੁਬਾਰਾ ਕੰਪਾਈਲ ਕਰਨਾ ਪਊਗਾ। ਮੈਨੂੰ ਬਹੁਤ ਜ਼ਿਆਦਾ ਕੰਪਾਈਲੇਸ਼ਨ ਜਾਂ ਬਹੁਤ ਜ਼ਿਆਦਾ ਦੁਬਾਰਾ ਲਿੰਕਿੰਗ ਕਰਨ ਦੀ ਲੋੜ ਪੈਂਦੀ ਹੈ। ਡਾਇਨਮਿਕ ਦੇ ਵਿੱਚ ਜੇ ਇੱਕ ਮੋਡਿਊਲ ਦੇ ਵਿੱਚ ਬਾਹਰਲੇ ਵਾਲੇ 'ਚ ਚੇਂਜ ਹੈ, ਮੈਂ ਸਿਰਫ ਉਹਨੂੰ ਹੀ ਦੁਬਾਰਾ ਤੋਂ ਕੰਪਾਈਲ ਕਰੂੰਗੀ, ਯਾਨੀ ਕਿ ਰੀਕੰਪਾਈਲ ਕਰੂੰਗੀ। ਪੂਰੇ ਦੇ ਪੂਰੇ ਬਾਕੀ ਮੋਡਿਊਲਸ ਨੂੰ ਕੰਪਾਈਲ ਕਰਨ ਦੀ ਲੋੜ ਨਹੀਂ ਪੈਂਦੀ। ਇਹ ਡਾਇਨਮਿਕ ਲਿੰਕਿੰਗ ਦਾ ਬੈਨੀਫਿਟ ਹੈ, ਤੇ ਇਹੀ ਸਟੈਟਿਕ ਲਿੰਕਿੰਗ ਦਾ ਡਰਾਬੈਕ ਹੈ। ਬਸ ਇਹਦਾ ਬੈਨੀਫਿਟ ਇਹੀ ਹੈ, ਇਹ 'ਚ ਪ੍ਰੋਗਰਾਮ ਫਾਸਟਰ ਚੱਲਦੇ ਹੈ, ਇਹ 'ਚ ਪ੍ਰੋਗਰਾਮ ਸਲੋਅਰ ਚੱਲਦੇ ਹੈ। ਇਹਦਾ ਲੋਡ ਟਾਈਮ ਕੌਨਸਟੈਂਟ ਰਹਿੰਦਾ, ਇਹਦਾ ਵੇਰੀ ਕਰਦਾ ਹੈਗਾ। ਇਹਦੇ ਵਿੱਚ ਆਪਾਂ ਨੂੰ ਰੀਕੰਪਾਈਲੇਸ਼ਨ ਲਈ ਬਹੁਤ ਟਾਈਮ ਲੱਗਦਾ ਹੈਗਾ। ਇੱਥੇ ਸਿਰਫ ਆਪਾਂ ਇੱਕ ਹੀ ਮੋਡਿਊਲ ਰੀਕੰਪਾਈਲ ਕਰਨਾ ਹੈ ਜਿਹਦੇ ਵਿੱਚ ਚੇਂਜ ਹੋਇਆ, ਸਾਰਿਆਂ ਨੂੰ ਕਰਨ ਦੀ ਲੋੜ
नहीं पैंदी। ਇੱਥੇ ਆਪਾਂ ਲਿੰਕਰਸ ਨੂੰ ਲਿੰਕ ਐਡੀਟਰਸ ਵੀ ਕਹਿ ਦਿੰਦੇ ਹੈਗੇ ਆ। ਹੁਣ ਆਪਾਂ ਅੱਜ ਦਾ ਇਹ ਟੌਪਿਕ ਬਹੁਤ ਛੋਟਾ ਟੌਪਿਕ ਸੀ ਜਿਹਦਾ ਨਾਮ ਸੀਗਾ ਲਿੰਕਿੰਗ ਤੇ ਲੋਡਿੰਗ, ਬਟ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਕਿਸੇ ਵੀ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਲਈ। ਲਿੰਕਿੰਗ ਤੇ ਲੋਡਿੰਗ ਦੋਨੋਂ ਹੀ ਦੋ ਤਰੀਕੇ ਦੀ ਹੁੰਦੀ ਹੈ, ਇੱਕ ਸਟੈਟਿਕ ਇੱਕ ਡਾਇਨਮਿਕ। ਅੱਜ ਦਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ।